ਬੈਨੀਪਾਲ ਸ਼ੋਅ ਵਿੱਚ ਦਵਿੰਦਰ ਸਿੰਘ ਬੈਨੀਪਾਲ ਵੱਲੋਂ ਤੁਹਾਡਾ ਸਭਨਾਂ ਦਾ ਹਾਰਦਿਕ ਸਵਾਗਤ। ਆਪ ਸਭਨਾਂ ਨੂੰ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ। ਦੋਸਤੋ, ਬੀਤੇ ਕਈ ਦਿਨ ਤੋਂ ਲਗਭਗ ਕਈ ਮਹੀਨਿਆਂ ਤੋਂ ਰੌਲਾ ਪੈ ਰਿਹਾ ਸੀ ਕਿ ਖੇਤੀਬਾੜੀ ਦੇ ਵਿਰੁੱਧ ਜਾਂ ਕਿਸਾਨਾਂ ਦੇ ਵਿਰੁੱਧ 3 ਆਰਡੀਨੈਂਸ ਹਨ ਜਿਹੜੇ ਲੋਕ ਸਭਾ ਦੇ ਵਿੱਚ ਪਾਸ ਹੋਣ ਤੋਂ ਬਾਅਦ ਰਾਜ ਸਭਾ ਦੇ ਵਿੱਚੋਂ ਵੀ ਪਾਸ ਕਰ ਦਿੱਤੇ ਗਏ ਹੈ। ਜੇ ਹੁਣ ਰਾਸ਼ਟਰਪਤੀ ਨੇ ਉਹਨਾਂ ਦੇ ਉੱਤੇ ਦਸਤਖਤ ਕਰ ਦਿੱਤੇ ਤਾਂ ਇਹ ਕਾਨੂੰਨ ਬਣ ਜਾਣੇ ਹੈ। ਬੀਤੇ ਕਈ ਦਿਨਾਂ ਤੋਂ ਤੁਸੀਂ ਕਮੈਂਟਸ ਦੇ ਰੂਪ ਵਿੱਚ ਇਹ ਗੱਲਬਾਤ ਕਰਦੇ ਆ ਰਹੇ ਸੀ ਕਿ ਆਰਡੀਨੈਂਸ ਕੀ ਸੀ ਜਾਂ ਜਿਹੜੇ ਬਿੱਲ ਹੁਣ ਪਾਸ ਹੋ ਚੁੱਕੇ ਨੇ ਦਰਅਸਲ ਉਹਨਾਂ ਵਿੱਚ ਹੈ ਕੀ। ਸਭ ਤੋਂ ਪਹਿਲਾਂ ਤਾਂ ਤੁਹਾਡਾ ਦਿਲੋਂ ਧੰਨਵਾਦ ਕਿ ਤੁਸੀਂ ਵਾਰ-ਵਾਰ ਕਮੈਂਟ ਛੱਡੇ ਕਿ ਇਹਨਾਂ ਆਰਡੀਨੈਂਸ ਦੇ ਬਾਬਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਜਾਵੇ। ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਆਉਣ ਵਾਲੇ ਐਤਵਾਰ ਨੂੰ ਮੈਂ ਕੋਸ਼ਿਸ਼ ਕਰਾਂਗਾ ਕਿ ਜਿੰਨਾ ਕੁ ਮੈਂ ਪੜ੍ਹ ਸਕਿਆ, ਜਿੰਨੀ ਕੁ ਸੂਝ-ਬੂਝ ਇੱਧਰੋਂ ਉੱਧਰੋਂ ਆਪ ਡਿਗ ਆਊਟ ਕਰਕੇ ਤੁਹਾਡੇ ਸਾਹਮਣੇ ਤੱਥ ਪੇਸ਼ ਕਰ ਸਕਿਆ, ਉਸ ਦੇ ਮੁਤਾਬਕ ਤੁਹਾਡੇ ਲਈ ਇਹ ਵੀਡੀਓ ਜ਼ਰੂਰ ਪਾਵਾਂਗਾ। ਅੱਜ ਮੈਂ ਕੋਸ਼ਿਸ਼ ਕਰਨੀ ਹੈ ਕਿ ਆਰਡੀਨੈਂਸ ਕੀ ਨੇ, ਕਿ ਸੱਚਮੁੱਚ ਕਿਸਾਨ ਵਿਰੋਧੀ ਨੇ ਜਾਂ ਕਿਸਾਨਾਂ ਦੇ ਹੱਕ ਵਿੱਚ ਨੇ, ਕਿਸਾਨਾਂ ਦੇ ਪੱਖ ਵਿੱਚ ਨੇ। ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ, ਰਾਜਨਾਥ ਸਿੰਘ ਵੀ ਅਤੇ ਹੋਰ ਵੀ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਵੱਡੇ ਲੀਡਰ ਨੇ, ਕੈਬਨਿਟ ਵਜ਼ੀਰ ਨੇ, ਮੰਤਰੀ ਨੇ, ਉਹ ਹਾਲੇ ਵੀ ਇਹੀ ਆਖੀ ਜਾ ਰਹੇ ਨੇ ਕਿ ਇਹ ਕਿਸਾਨਾਂ ਦੇ ਹੱਕ ਦੀ ਗੱਲ ਕਰਦੇ ਆ, ਕਿਸਾਨ ਵਿਰੋਧੀ ਨਹੀਂ। ਜਦੋਂ ਕਿ ਕਿਸਾਨਾਂ ਨੇ ਸੜਕਾਂ ਦੇ ਉੱਤੇ, ਸੜਕਾਂ ਤੋਂ ਸੰਸਦ ਤੱਕ ਸਾਰਿਆਂ ਨੇ ਆਪੋ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਹੁਣ ਇੱਥੋਂ ਪਤਾ ਲੱਗਿਆ ਜਾਂ ਤੁਹਾਨੂੰ ਪਤਾ ਲੱਗ ਚੁੱਕਿਆ ਹੋਣਾ ਜਾਂ ਲੱਗ ਜਾਣਾ ਕਿ ਕਿਸਾਨੀ ਦੇ ਹੱਕ ਵਿੱਚ ਕਿਹੜਾ ਤੇ ਕਿਸਾਨੀ ਦੇ ਵਿਰੋਧ ਵਿੱਚ ਕਿਹੜਾ। ਤੇ ਇਹਦੇ ਤੋਂ ਪਹਿਲਾਂ ਕਿ ਆਪਾਂ ਇਹ ਆਰਡੀਨੈਂਸ ਤਿੰਨੇ ਕੀ ਸੀ ਜਿਹੜੇ ਹੁਣ ਬਿੱਲ ਦਾ ਰੂਪ ਧਾਰਨ ਕਰਨ ਤੋਂ ਬਾਅਦ ਪਾਸ ਤੇ ਪੇਸ਼ ਹੋ ਚੁੱਕੇ ਨੇ ਲੋਕ ਸਭਾ ਦੇ ਵਿੱਚ ਵੀ ਤੇ ਰਾਜ ਸਭਾ ਦੇ ਵਿੱਚ ਵੀ, ਤੇ ਹੁਣ ਰਾਸ਼ਟਰਪਤੀ ਸਾਹਿਬ ਦੀ ਉਡੀਕ ਹੈ ਕਿ ਘੁੱਗੀ ਮਾਰਨਗੇ। ਉਹ ਵੀ ਇੱਕ ਪ੍ਰਕਿਰਿਆ ਕਿ ਕਿੰਨੀ ਵਾਰੀ ਰਾਸ਼ਟਰਪਤੀ ਕਿਸੇ ਵੀ ਬਿੱਲ ਨੂੰ ਵਾਪਸ ਭੇਜ ਸਕਦੇ ਨੇ। ਆਖਰਕਾਰ ਫਿਰ ਜੇ ਦੋਵੇਂ ਸਦਨ ਪਾਸ ਕਰਕੇ ਭੇਜ ਦਿੰਦੇ ਨੇ, ਆਖਰਕਾਰ ਉਹਨਾਂ ਨੂੰ ਵੀ ਘੁੱਗੀ ਮਾਰਨੀ ਪੈਂਦੀ ਹੈ। ਖੈਰ, ਉਹ ਕਾਨੂੰਨੀ ਪ੍ਰਕਿਰਿਆ ਦੇ ਉੱਤੇ ਆਪਾਂ ਕਿਸੇ ਦਿਨ ਫਿਰ ਗੱਲ ਕਰਾਂਗੇ ਕਿਉਂਕਿ ਅੱਜ ਦਾ ਮਾਮਲਾ ਵੀ ਇਹ ਕਾਫੀ ਲੰਬਾ ਹੈ। ਇਹਦੇ ਤੋਂ ਪਹਿਲਾਂ ਕਿ ਆਰਡੀਨੈਂਸ ਕੀ ਸੀ ਜਿਹਦਾ ਕਿਸਾਨ ਵਿਰੋਧ ਕਰ ਰਹੇ ਨੇ, ਇਹਦੇ ਬਾਬਤ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਜੇਕਰ ਹਾਲੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜ਼ਰੂਰ ਕਰਿਓ, ਨੋਟੀਫਿਕੇਸ਼ਨ ਵਾਲੀ ਘੰਟੀ ਵੀ ਦਬ ਲਿਓ ਤੇ ਨਾਲ ਵੀਡੀਓ ਲਾਈਕ ਤੇ ਸ਼ੇਅਰ ਕਰਨ ਵਾਲੀ ਵੀ ਕੋਈ ਕਸਰ ਨਾ ਰੱਖਿਓ। ਕਿਉਂਕਿ ਕਈ ਵਾਰੀ ਹੁੰਦਾ ਸਾਨੂੰ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ, ਅਸੀਂ ਤਾਂ ਵੀ ਵਿਰੋਧ ਕਰ ਰਹੇ ਹੁੰਦੇ ਹਾਂ, ਜਾਂ ਕਿਸੇ ਚੀਜ਼ ਦੀ ਜਾਣਕਾਰੀ ਨਹੀਂ ਹੁੰਦੀ ਅਸੀਂ ਤਾਂ ਵੀ ਹੱਕ 'ਚ ਖੜ੍ਹ ਕੇ ਸਟੈਂਡ ਲਿਆ ਹੁੰਦਾ। ਸੋ ਹੁਣ ਕੋਸ਼ਿਸ਼ ਹੈ ਕਿ ਮੇਰੀ ਤੁਹਾਨੂੰ ਇਸ ਗੱਲ ਦਾ ਪਤਾ ਲੱਗ ਜਾਏ ਕਿ ਇਹਨਾਂ ਵਿੱਚ ਅਸਲ ਦੇ ਵਿੱਚ ਹੈ ਕੀ। ਹੁਣ ਜਿਹੜਾ ਪਹਿਲਾ ਆਰਡੀਨੈਂਸ ਹੈ ਉਹ ਹੈ ਕਿਸਾਨ ਉਤਪਾਦ ਵਪਾਰਕ ਤੇ ਵਪਾਰਕ ਆਰਡੀਨੈਂਸ 2020। ਹੁਣ ਇਸ ਦੇ ਮੁਤਲਕ ਕੀ ਹੈ? ਇਹਦੇ ਤਹਿਤ ਕੇਂਦਰ ਸਰਕਾਰ ਇੱਕ ਮੁਲਕ ਇੱਕ ਖੇਤੀਬਾੜੀ ਮੰਡੀ ਇਹ ਬਣਾਉਣ ਦੀ ਗੱਲ ਆਖ ਰਹੀ ਸੀ। ਇਸ ਆਰਡੀਨੈਂਸ ਦੇ ਜ਼ਰੀਏ ਪੈਨ ਕਾਰਡ ਧਾਰਕ ਕਿਸੇ ਵੀ ਵਿਅਕਤੀ, ਕੰਪਨੀ, ਸੁਪਰਮਾਰਕੀਟ ਕਿਸੇ ਵੀ ਕਿਸਾਨ ਦੇ ਖੇਤ, ਕੋਠੇ ਚੋਂ, ਘਰ ਚੋਂ ਜਾਂ ਸੜਕ ਤੇ ਕਿਸੇ ਵੀ ਥਾਂ ਤੇ ਫਸਲ ਖਰੀਦ ਸਕੂਗੀ। ਹੁਣ ਆਪਣੇ ਆਪ ਦੇ ਵਿੱਚ ਇਹ ਆਪਣੀ ਕੋਈ ਨਵੀਂ ਗੱਲ ਨਹੀਂ। ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਕੀ ਪੰਜਾਬ ਦੇ ਕਿਸਾਨ ਕਿੰਨੂ ਉਗਾ ਕੇ ਕਿਸੇ ਬਾਹਰਲੇ ਰਾਜ ਵਿੱਚ ਵੇਚਦੇ ਨਹੀਂ ਸੀ। ਖੈਰ, ਇਹਦੇ ਵਿੱਚ ਇੱਕ ਮੁਲਕ ਤੇ ਇੱਕ ਮੰਡੀ ਦਾ ਗੱਲ ਹੈ ਕਿ ਕਿਸਾਨ ਆਪਣੀ ਫਸਲ ਨੂੰ ਕਿਸੇ ਵੀ ਸ਼ਹਿਰ ਜਾਂ ਭਾਰਤ ਦੇ ਕਿਸੇ ਵੀ ਰਾਜ, ਕਿਸੇ ਵੀ ਕੋਨੇ 'ਚ ਲਿਜਾ ਕੇ ਵੇਚ ਸਕੂ। ਹੁਣ ਭਾਰਤ ਦੀ ਮੋਦੀ ਸਰਕਾਰ ਨੇ APMC ਵਿਹੜੇ, ਜਿਸ ਨੂੰ ਮੰਡੀ ਬਾਜ਼ਾਰ ਆ ਸਕਦੇ ਆ, ਉਹਦੇ ਵਿੱਚ ਖੇਤੀਬਾੜੀ ਸਮਾਨ ਵੇਚਣ ਦੀ ਸ਼ਰਤ ਹਟਾ ਦਿੱਤੀ ਹੈ। ਇਹਦੇ ਵਿੱਚ ਜੇ ਮਹੱਤਵਪੂਰਨ ਗੱਲ ਹੈ, ਇੰਪੋਰਟੈਂਟ ਗੱਲ ਇਹ ਹੈ ਕਿ ਖੇਤੀਬਾੜੀ ਦੇ ਸਮਾਨ ਦੀ ਖਰੀਦ ਜੋ ਕਿ APMC ਮਾਰਕੀਟ ਤੋਂ ਬਾਹਰ ਹੋਏਗੀ, ਕੋਈ ਟੈਕਸ ਜਾਂ DT ਨਹੀਂ ਲੱਗੇਗਾ। ਇਹਦਾ ਭਾਵ ਇਹ ਹੋਇਆ ਕਿ APMC ਮਾਰਕੀਟ ਪ੍ਰਣਾਲੀ ਹੌਲੀ ਤਬਾਹ ਜਾਂ ਖਤਮ ਕਰ ਦਿੱਤੀ ਜਾਏਗੀ ਕਿਉਂਕਿ APMC ਸਿਸਟਮ ਭਾਵ ਖੇਤੀਬਾੜੀ ਉਤਪਾਦਾਂ ਦੀਆਂ ਮੰਡੀਆਂ ਟੈਕਸਾਂ ਹੋਰ ਖਰਚਿਆਂ ਨੂੰ ਆਪਣੇ ਵੱਲ ਖਿੱਚਦੀਆਂ ਰਹਿਣਗੀਆਂ। ਹੁਣ ਇਹ ਜਿਹੜਾ ਪਹਿਲਾ ਆਰਡੀਨੈਂਸ ਹੈ ਇਹਦੇ ਤਹਿਤ ਕੋਈ ਵੀ ਪੈਨ ਕਾਰਡ, ਕੰਪਨੀ ਜਾਂ ਸੁਪਰਮਾਰਕੀਟ ਰੱਖਣ ਵਾਲੇ ਵਿਅਕਤੀ ਨੂੰ ਕਿਸਾਨੀ ਦਾ ਸਮਾਨ ਖਰੀਦਣ ਵਾਲੇ ਨੂੰ 3 ਦਿਨਾਂ ਦੇ ਅੰਦਰ ਕਿਸਾਨ ਦਾ ਮਾਲ ਭਰਨਾ ਪਏਗਾ। ਇਹ ਤਾਂ ਗੱਲ ਚੰਗੀ ਹੈ ਕਿ 3 ਦਿਨਾਂ ਦੇ ਮਾਲ ਅੰਦਰ ਭਰਨਾ ਪਏਗਾ, ਪਰ ਅਸਲ ਦੇ ਵਿੱਚ ਕੀ ਕਿਸਾਨ ਕੋਲ ਕੋਈ ਕਾਨੂੰਨੀ ਹੱਕ ਹੈ? ਸਭ ਤੋਂ ਵੱਡਾ ਸਵਾਲ ਇਹ ਹੈ। ਹੁਣ ਜੇਕਰ
इस आर्ਡੀਨੈਂਸ ਜਾਂ इस बिल के मुतालक कि 3 दिनों के अंदर अंदर किसान का माल भरना पेगा। पर जे भरदा नहीं फिर की हो? फिर यह है कि SDM इस मसले का हल करेगा। जे माल खरीदण वाले व्यक्ति ਜਾਂ कंपनी ਅਤੇ किसान ਦੇ ਵਿਚਕਾਰ इस गल ਨੂੰ ਲੈ ਕੇ विवाद पैदा हो गया, झगड़ा पैदा हो गया, ਤਾਂ SDM द्वारा किसान ਅਤੇ समान खरीदण वाली कंपनी के अधिकारी की एक कमेटी बना दी जाएगी। वो आपसी गलबात करनगे, ਉਹਦਾ हल करने वास्ते उन्होंने 1 महीने का भाव 30 दिन का समा दिता जाएगा। तो जेकर गलबात का हल उस कमेटी ने एक पासे किसान ते एक पासे वो खरीददार जे हल कढ़ ना सके फिर की हो? ये भी बड़ा सवाल है। फिर इस आर्ਡੀਨੈਂਸ के मुतलक बाबत ये कि केस की सुनवाई SDM ਜਾਂ SDM के आदेश नाल सहमत नहीं होंगे तो जिला अधिकारी भाव जिला कलैक्टर SDM ਜਾਂ जिला अधिकारी को अपील की जा सकेगी कि भाई साडा मसला हल नहीं सी होया, तुसी साडा मसला हल करो। जे SDM तो हल नहीं होंदा तो जिला कलैक्टर कोई जिला अधिकारी करेगा, उहदे कोल सिर्फ अपील की जा सकूगी। ये अपने आप दे विच अहम गल है। वो अपील वास्ते फिर 30 दिन का समा, 30 दिनों के अंदर अंदर उस जिला कलैक्टर नूं, जिला अधिकारी नूं जां SDM नूं किसान ਅਤੇ ਵਪਾਰੀ ਦੇ ਵਿਚਕਾਰ ਝਗੜੇ ਦਾ ਵਿਵਾਦ ਦਾ ਹੱਲ ਕਰਨਾ ਪਏਗਾ। ਪਰ ਹੁਣ ਇਹ ਵੀ ਇਹਦੇ 'ਚ ਇੱਕ ਮਹੱਤਵਪੂਰਨ ਨੁਕਤਾ ਹੈ ਕਿ ਜੇ ਕਿਸਾਨ ਅਤੇ ਕੰਪਨੀ ਵਿਚਾਲੇ ਝਗੜੇ ਦੀ ਸਥਿਤੀ 'ਚ ਇਸ ਆਰਡੀਨੈਂਸ ਦੇ ਤਹਿਤ ਅਦਾਲਤ ਵਿੱਚ ਪਹੁੰਚ ਕੀਤੀ ਹੋਈ ਨਹੀਂ ਜਾ ਸਕਣੀ। ਹੁਣ ਤੁਸੀਂ ਵੇਖੋ ਕਿ ਜੇਕਰ ਝਗੜਾ ਪੈਦਾ ਹੋ ਗਿਆ, ਪਹਿਲਾਂ ਕਿਸਾਨ ਤੇ ਵਪਾਰੀ ਉਹਨਾਂ ਦਾ ਮਸਲਾ ਹੱਲ ਨਹੀਂ ਹੋ ਸਕਿਆ, ਫਿਰ SDM ਤੋਂ ਹੱਲ ਨਹੀਂ ਹੋ ਸਕਿਆ, ਫਿਰ ਜ਼ਿਲ੍ਹਾ ਕਲੈਕਟਰ ਤੋਂ ਵੀ ਹੱਲ ਨਹੀਂ ਹੋ ਸਕਿਆ। पर हुण किसान करू तो की करू? किसान अदालत का दरवाजा खड़का नहीं सकता, उहदे कोले कानूनी हक बिल्कुल नहीं। उत्थे हुण ध्यान देना इस गल ते बनदा है कि प्रशासनिक अधिकारियों के पाले दे विच गेम है। पर प्रशासनिक जिहड़े अधिकारी ने भावें SDM होणगे, जिला कलैक्टर होणगे जां जिला अधिकारी होणगे, वो सरकार दे हमेशा दबाव विच रहिंदे है अते सरकार हमेशा व्यापारियों निजी कंपनियों दे नाल खड़ी रहिंदी है। ਇਹਦਾ भी एक कारण है क्योंकि किसान ने विचारे ने किहड़े फंड देने हैं? किसान कोल सिर्फ तो सिर्फ एक वोट है। इसे करके किसान सड़कों के उत्ते जिंदाबाद मुर्दाबाद करी जा रहा, पर सुन कोई नहीं रहा। व्यापारियों ने, वड्डे वड्डे कारपोरेट घराणियां ने जिन्हां दी सरकार पिठ पूरदी है जां सरकारां पिठ पूरदियां ने, कारण ये हुंदा कि चोणां वक्त फंड कौन दिंदा है? जां व्यापारी दिंदे ने जां फिर वड्डियां कंपनियां दिंदियां ने। तो राजनीतिक पार्टियां नूं सब तो वड्डे दान देण वाले ये लोग हुंदे ने। हुण अदालतां सरकारां दे अधीन नहीं हुंदियां अते हर भारती नूं न्याय लई अदालत जाण दा अधिकार भी हुंदा है। इसलिए सवाल सब तो वड्डा ये उठदा है कि संविधानक अधिकार तो बाहर किसानी क्यों कीती गई? किसानी कोलों ये हक जां किसान कोलों ये हक इस बिल के तहत क्यों खोया गया? हुण इस नवें आर्ਡੀਨੈਂਸ जां नवें बिल जिहड़े नूं पास कर दिता गया, इस दे नाल किसानां नूं इंसाफ मिलेगा जां ये मैं आख सकदा कि इंसाफ मिलना मुश्किल हो गया? ये भी नोट करने वाली गल है कि केंद्र सरकार ने कोई गारंटी नहीं दी कि जे निजी पैन कार्ड रखण वाले व्यक्ति, कंपनी जां सुपरमार्केट द्वारा किसानां दे माल की भाव जिनस की खरीद MSP जिसनों आपां घट्टो घट्ट समर्थन मुल कहने उहदे ते कीती जाएगी। इत्थे हुण ये भी सवाल खड़ा हो गया कि छोटे किसान ने जिहड़े वो फसल वेचदा है जां मैनूं लगदा कि फसल वड्ढण तो पहलां उहदी तां विकी हुंदी है, जां बैंक का कर्ज हुंदा है, सोसाइटी का कर्ज हुंदा है, जां फिर किसी आड़ती का कर्ज हुंदा है। कि छोटा किसान फसल अपनी जमा करके रख सकदा है? छोटे किसान नूं भावें वड्डे किसान नूं फसल वेच के पैसों की तुरंत जरूरत होंदी है। इस तरह की स्थिति दे विच किसान फस गया कि वह घट कीमत ते फसल वेचण वास्ते मजबूर होएगा। जां फिर वड्डे खिडारी जिहड़े वड्डे किसान ने वो भी की करनगे? आखिरकार उन्हां नूं भी किसी व्यापारी के सामने अपनी फसल वेचनी पेगी, क्योंकि केंद्र सरकार के इस आर्ਡੀਨੈਂਸ जां इस बिल दे विच सब तो वड्डा खतरा इहो ही है कि जदों फसलां तैयार हो जाणगियां उस वक्त वड्डियां कंपनियां जानबुझ के किसानां दे माल दीयां कीमतां घटा सकदियां ने, क्योंकि इसनूं वड्डी मात्रा विच वो स्टोर कर सकदियां ने, जो बाद दे विच आम गाहकां नूं वाधू कीमतां ते वेचणगियां। APMC एक्ट
ਵਿਅਕਤੀਗਤ ਰਾਜਾਂ ਦੁਆਰਾ ਮੰਡੀਆਂ ਦੇ ਵਿੱਚ ਕਿਸਾਨਾਂ ਦੇ ਜਿਹੜੇ ਫਸਲਾਂ ਦੇ MSP ਸੀ ਉਹਦੀ ਖਰੀਦ ਨੂੰ ਯਕੀਨੀ ਬਣਾਉਣ ਵਾਸਤੇ ਵਪਾਰੀਆਂ ਨੂੰ ਰੋਕਣ ਵਾਸਤੇ ਬਣਾਇਆ ਗਿਆ ਸੀ। ਪਰ ਕਈਆਂ ਥਾਵਾਂ ਤੋਂ ਹੁਣ ਜਦ ਇਹ ਰਹਿਣਾ ਹੀ ਨਹੀਂ ਤੇ ਕੰਮ ਕੀ ਕਰੂ। ਇੱਥੇ ਫਿਰ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ APMC ਮਾਰਕੀਟ ਵਿੱਚ ਕਿਸਾਨਾਂ ਦੀ ਉਪਜ ਖਰੀਦਣੀ ਨਹੀਂ, ਫਿਰ ਸਰਕਾਰ ਇਹ ਗੱਲ ਕਿਵੇਂ ਹਿਸਾਬ ਲਾਏਗੀ ਕਿ ਕਿਸਾਨੀ ਦਾ ਮਾਲ ਜਿਹੜੀ ਘੱਟੋ ਘੱਟ ਸਮਰਥਨ ਮੁੱਲ ਹੈ, ਜਿਸ ਨੂੰ MSP ਕਹਿੰਦੇ ਆ, ਉਹਦੇ ਤੇ ਖਰੀਦਿਆ ਵੀ ਜਾ ਰਿਹਾ ਜਾਂ ਨਹੀਂ। ਇਹ ਵੀ ਇੱਥੇ ਮੰਨਣਾ ਪਏਗਾ ਕਿ ਇਸ ਸਮੇਂ ਭਾਰਤ ਵਿੱਚ ਖੇਤੀਬਾੜੀ ਉਪਜ ਮਾਰਕੀਟ ਪ੍ਰਣਾਲੀ ਦੇ ਵਿੱਚ ਵੱਡੇ ਸੁਧਾਰ ਦੀ ਜ਼ਰੂਰਤ ਹੈ। ਜੇ ਆਪਾਂ ਇੱਕ ਕਿਆਫਾ ਹੀ ਲਾ ਲਈਏ ਜਾਂ ਇੱਕ ਅੰਦਾਜ਼ਾ ਹੀ ਲਾ ਲਈਏ, ਇੱਕ ਅੰਦਾਜ਼ੇ ਦੇ ਮੁਤਾਬਕ ਲਗਭਗ 30% ਕਿਸਾਨ ਹੋਣਗੇ ਜਿਹੜੀ ਆਪਣੀ ਫਸਲ ਨੂੰ ਮੰਡੀ ਦੇ ਵਿੱਚ ਲਿਜਾਣ ਦੇ ਯੋਗ ਹੁੰਦੇ ਨੇ। ਬਾਕੀ ਕਿਸਾਨ ਉਹ ਹੁੰਦੇ ਨੇ ਜਿਹੜੇ ਆਪੋ ਆਪਣੀ ਫਸਲ ਨੂੰ ਬਾਹਰ ਹੀ ਵੇਚ ਦਿੰਦੇ ਨੇ। ਤਾਂ ਫਿਰ ਹੁਣ ਜਿਹੜੀ ਸਰਕਾਰ ਆਖੀ ਜਾ ਰਹੀ ਹੈ ਕਿ ਦੇਸ਼ ਭਰ ਦੇ ਵਿੱਚ ਕਿਸੇ ਵੀ ਪਿੰਡ ਤੋਂ 5 ਕਿਲੋਮੀਟਰ ਦੇ ਦਾਇਰੇ ਦੇ ਅੰਦਰ ਅੰਦਰ ਉਪਜ ਮੰਡੀ ਦਾ ਉਦੇਸ਼ ਹੋਣਾ ਚਾਹੀਦਾ। ਹੁਣ ਕਿੰਨੇ ਕੁ ਪਿੰਡ ਨੇ ਜਿਨ੍ਹਾਂ ਦੇ ਪਿੰਡ ਤੋਂ 5 ਕਿਲੋਮੀਟਰ ਦੇ ਵਿੱਚ ਮੰਡੀਆਂ ਨੇ। ਮੰਡੀ ਦਾ ਰਸਲ ਵਿਹੜੇ 'ਚ ਹੋਣੀ ਚਾਹੀਦੀ ਹੈ। ਆਧੁਨਿਕ ਕੋਲਡ ਸਟੋਰ ਹੋਣੇ ਚਾਹੀਦੇ ਨੇ, ਆਧੁਨਿਕ ਤੋਲ ਦਾ ਹੁੱਕ ਚਾਹੀਦੇ ਨੇ, ਕੰਡੇ ਚਾਹੀਦੇ ਨੇ, ਵੱਡੇ ਵੱਡੇ ਗੋਦਾਮ ਚਾਹੀਦੇ ਨੇ, ਵੱਡੇ ਵੱਡੇ ਵਿਹੜੇ ਚਾਹੀਦੇ ਨੇ। ਆਧੁਨਿਕ ਜ਼ਮਾਨਾ ਹੈ, ਲਿਫਟਿੰਗ ਵੀ ਇਸੇ ਤਰੀਕੇ ਨਾਲ ਹੋਣੀ ਚਾਹੀਦੀ ਹੈ। ਹੁਣ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ, ਕਿਸਾਨ ਯੂਨੀਅਨਾਂ ਨੇ ਜਿਹੜੀਆਂ, ਉਹ ਕਿਸਾਨਾਂ ਦੀਆਂ ਫਸਲਾਂ ਵਾਸਤੇ MSP ਖਰੀਦ ਕਾਨੂੰਨ ਦੀ ਗਰੰਟੀ ਚਾਹੁੰਦੀਆਂ ਨੇ। ਉਹ ਵਿਸ਼ਵਾਸ ਕਰਦੀਆਂ ਨੇ ਕਿ ਮੌਜੂਦਾ ਢਾਂਚੇ ਦੇ ਵਿੱਚ MSP ਦਾ ਹੋਣਾ ਬਹੁਤ ਲਾਜ਼ਮੀ ਹੈ, ਤਾਂ ਕਿ ਜੇ ਉਹਨਾਂ ਨੂੰ ਗਰੰਟੀ ਹੋਵੇ ਕਿ ਆਹ ਇੱਕ ਕਾਨੂੰਨ ਪਿਆ, ਆਹ ਘੱਟੋ ਘੱਟ ਸਮਰਥਨ ਮੁੱਲ ਪਿਆ, ਇਹਦੇ ਤੋਂ ਘੱਟ ਸਾਡੀ ਜਿਣਸ ਖਰੀਦੀ ਨਹੀਂ ਜਾਊਗੀ। ਪਰ ਜੇ ਹੁਣ ਵੀ ਇਹ ਜਿਹੜੀ ਹੁਣ ਆਪਾਂ ਗੱਲ ਕਰ ਰਹੇ ਕਿ ਘੱਟੋ ਘੱਟ ਸਮਰਥਨ ਮੁੱਲ 'ਚ ਉਹਨੂੰ ਇਹ ਰੱਦ ਕੀਤਾ ਜਾ ਰਿਹਾ, ਭਾਵੇਂ ਕਿ ਮੈਂ ਵੇਖ ਰਿਹਾ ਸੀ ਕਿ ਮੋਦੀ ਸਾਹਿਬ ਨੇ ਟਵੀਟ ਕੀਤੇ ਹੈ ਕਿ ਨਹੀਂ ਘੱਟੋ ਘੱਟ ਸਮਰਥਨ ਮੁੱਲ ਭਾਈ ਮਿਲਦਾ ਰਹੇਗਾ। ਜੇ ਹੁਣ ਤੱਕ ਸਰਕਾਰ ਕਿਸਾਨਾਂ ਨੂੰ ਭਰੋਸੇ 'ਤੇ ਨਹੀਂ ਲੈ ਸਕੀ ਕਿ ਇਹ ਆਰਡੀਨੈਂਸ ਜਾਂ ਇਹ ਬਿੱਲ ਤੁਹਾਡੇ ਹੱਕ ਵਿੱਚ ਨੇ ਜਾਂ ਵਿਰੋਧ ਵਿੱਚ ਨੇ, ਫਿਰ ਕਮਾਲ ਦੀ ਗੱਲ ਹੈ। ਲੋਕ ਸਭਾ ਦੇ ਵਿੱਚ ਵੀ ਪਾਸ ਕਰ ਲਿਆ, ਰਾਜ ਸਭਾ ਦੇ ਵਿੱਚ ਵੀ ਆ 2 ਬਿੱਲ ਪਾਸ ਕਰਵਾ ਲਏ। ਸਰਕਾਰ ਜੀ, ਤੁਸੀਂ ਲੋਕਾਂ ਨੇ ਚੁਣਿਆ, ਤੁਹਾਨੂੰ ਲੋਕਾਂ ਵਾਸਤੇ ਹੋ ਤੁਸੀਂ, ਇਹ ਨਹੀਂ ਕਿ ਮਨਮਰਜ਼ੀਆਂ ਕਰੋ। ਅਸਲ ਦੇ ਵਿੱਚ ਲੋਕਤੰਤਰ ਅਤੇ ਡੈਮੋਕ੍ਰੇਸੀ ਜਿਹਨੂੰ ਆਪਾਂ ਆਖਦੇ ਹਾਂ, ਉਹਦੇ ਤੇ ਡਿਕਟੇਟਰਸ਼ਿਪ ਦੇ ਵਿੱਚ ਇਹੀ ਤਾਂ ਫਰਕ ਹੈ। ਡਿਕਟੇਟਰ ਨੇ ਜਿਹੜੇ ਤਾਨਾਸ਼ਾਹ ਨੇ, ਉਹ ਆਪਣੀ ਮਰਜ਼ੀ ਦੇ ਫੈਸਲੇ ਲੈਂਦੇ ਆ। ਲੋਕ ਭਾਵੇਂ ਸੜਕਾਂ ਤੇ ਹੋਣ, ਲੋਕ ਭਾਵੇਂ ਬਾਜ਼ਾਰ 'ਚ ਹੋਣ, ਲੋਕ ਭਾਵੇਂ ਘਰਾਂ ਵਿੱਚ ਹੋਣ, ਜੋ ਮਰਜ਼ੀ ਕਹਿਣ। ਪਰ ਆਹ ਤਾਂ ਲੋਕਤੰਤਰ ਹੈ, ਦੁਨੀਆ ਦਾ ਵੱਡਾ ਲੋਕਤੰਤਰ ਹੈ। ਜੇ ਲੋਕਾਂ ਦੁਆਰਾ ਲੋਕਾਂ ਦੀ ਚੁਣੀ ਸਰਕਾਰ ਲੋਕ ਵਿਰੋਧ ਕਰ ਰਹੇ ਨੇ, ਇਹਦੇ ਬਾਵਜੂਦ ਵੀ ਉਹ ਆਰਡੀਨੈਂਸ ਲਿਆ ਕੇ ਬਾਅਦ ਦੇ ਵਿੱਚ ਬਿੱਲ ਪਾਸ ਕਰ ਦਿੰਦੀ ਹੈ, ਤੇ ਫਿਰ ਲੋਕਾਂ ਦਾ ਸਮਰਥਨ, ਵਿਸ਼ਵਾਸ ਤੁਹਾਡੇ ਵਿੱਚ ਬਹਾਲ ਕਿਵੇਂ ਹੋਏਗਾ। ਹੁਣ ਕਿਸਾਨਾਂ ਦਾ ਜਿਹੜਾ ਸਮਾਨ ਖਰੀਦਣ ਦੀ ਇਹ ਨਵੀਂ ਪ੍ਰਣਾਲੀ, ਮੈਂ ਇਹ ਆਖ ਸਕਦਾ ਕਿ ਕਿਸਾਨਾਂ ਦੀ ਲੁੱਟ ਦੇ ਵਿੱਚ ਵਾਧਾ ਕਰੇਗੀ। ਮਿਸਾਲ ਦੇ ਦਿੰਦੇ ਹਾਂ, ਸਾਲ 2006 ਦੇ ਵਿੱਚ ਬਿਹਾਰ ਸਰਕਾਰ ਨੇ APMC ਐਕਟ ਨੂੰ ਖਤਮ ਕਰ ਦਿੱਤਾ ਸੀ ਅਤੇ MSP ਕਿਸਾਨ ਦੇ ਉਤਪਾਦਾਂ ਦੀ ਖਰੀਦ ਖਤਮ ਕਰ ਦਿੱਤੀ ਸੀ। ਉਹਦੇ ਤੋਂ ਬਾਅਦ MSP ਤੇ ਕਿਸਾਨਾਂ ਦੇ ਮਾਲ ਵਿਕਣੇ ਬੰਦ ਹੋਏ, ਜਿਣਸ ਵਿਕਣੀ ਬੰਦ ਹੋਈ। ਪ੍ਰਾਈਵੇਟ ਕੰਪਨੀਆਂ ਨੇ, ਕਾਰਪੋਰੇਟ ਘਰਾਣਿਆਂ ਨੇ ਜਿਹੜਾ ਘੱਟੋ ਘੱਟ ਸਮਰਥਨ ਮੁੱਲ ਸੀ, ਉਹਦੇ ਤੋਂ ਘੱਟ ਕੀਮਤਾਂ ਤੇ ਜਿਣਸ ਖਰੀਦਣੀ ਸ਼ੁਰੂ ਕਰ ਦਿੱਤੀ, ਜਿਹਦੇ ਨਾਲ ਤੁਸੀਂ ਵੇਖ ਸਕਦੇ ਹੋ ਕਿ ਸਭ ਤੋਂ ਵੱਧ ਲੋਕ ਬਿਹਾਰ ਦੇ ਮਜ਼ਦੂਰੀ ਕਰਨ ਵਾਸਤੇ ਬਾਕੀ ਦੇ ਸੂਬਿਆਂ ਨੂੰ ਤੁਰੇ ਹੁੰਦੇ ਹੈ, ਜਿਸ ਦੇ ਨਾਲ ਬਿਹਾਰ ਦੇ ਕਿਸਾਨਾਂ ਦੀ ਸਥਿਤੀ ਲਗਾਤਾਰ ਵਿਗੜੀ, ਜਿਹਦੇ ਨਤੀਜੇ ਵਜੋਂ ਬਿਹਾਰ ਦੇ ਕਿਸਾਨਾਂ ਨੂੰ ਖੇਤ ਛੱਡਣ ਵਾਸਤੇ, ਮਜ਼ਦੂਰੀ ਕਰਨ ਵਾਸਤੇ ਮਜਬੂਰ ਹੋਣਾ ਪਿਆ। ਹੋਰਨਾਂ ਰਾਜਾਂ ਨੂੰ ਉੱਥੋਂ ਦੇ ਲੋਕ ਜਾਣੇ ਸ਼ੁਰੂ ਹੋ ਗਏ। ਹੁਣ ਲਗਭਗ, ਪਹਿਲਾਂ ਤਾਂ ਇਹ ਬਿਹਾਰ ਦੇ ਵਿੱਚ ਸੀ, ਹੁਣ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਦੇ ਸੂਬੇ ਵੀ ਬਿਹਾਰ ਬਣ ਜਾਣਗੇ। ਪਹਿਲਾ ਤਾਂ ਆਰਡੀਨੈਂਸ ਇਹ ਸੀ। ਹੁਣ ਦੂਸਰਾ ਆਰਡੀਨੈਂਸ ਹੈ ਜਿਹੜੀ ਜ਼ਰੂਰੀ ਵਸਤੂਆਂ ਦਾ ਐਕਟ 1955, ਉਹਦੇ 'ਚ ਸੋਧ ਕੀਤੀ ਗਈ ਹੈ। ਇਹਦੇ ਤੋਂ ਪਹਿਲਾਂ ਇਸ ਐਕਟ ਦੇ ਵਿੱਚ ਵਪਾਰੀਆਂ ਨੇ ਫਸਲਾਂ ਨੂੰ ਕਿਸਾਨਾਂ ਤੋਂ ਘੱਟ ਕੀਮਤ 'ਤੇ ਖਰੀਦਿਆ, ਉਹਨਾਂ ਨੂੰ ਕਾਲਾ ਬਾਜ਼ਾਰੀ ਵਾਸਤੇ ਸਟੋਰ ਕੀਤਾ। ਇਹਨੂੰ ਰੋਕਣਾ ਬਹੁਤ ਜ਼ਰੂਰੀ ਹੈ। ਇਸ ਨੂੰ ਰੋਕਣ ਦੇ ਵਾਸਤੇ ਕਮੋਡਿਟੀ ਐਕਟ 1955 ਬਣਿਆ ਹੋਇਆ ਸੀ, ਜਿਸ ਦੇ ਤਹਿਤ ਵਪਾਰੀਆਂ ਨੂੰ ਖੇਤੀ ਉਤਪਾਦਾਂ ਦੀ ਇੱਕ ਸੀਮਾ ਦਿੱਤੀ ਗਈ ਸੀ, ਉਹਦੇ ਤੋਂ ਵੱਧ ਸਟੋਰ ਉਹ ਕਰ ਨਹੀਂ ਸੀ ਸਕਦੇ। ਪਾਬੰਦੀ ਲੱਗੀ ਹੋਈ ਸੀ ਕਿ ਆਹ ਭਾਈ ਕਾਲਾ ਬਾਜ਼ਾਰੀ ਹੈ,
ਇਸ ਸਮਾਨ ਦੀ ਜ਼ਰੂਰਤ ਹੈ, ਤੁਸੀਂ ਇਸ ਨੂੰ ਜਮ੍ਹਾਂਖੋਰੀ ਨਹੀਂ ਕਰ ਸਕਦੇ, ਤੁਸੀਂ ਇਕੱਠਾ ਕਰਕੇ ਰੱਖ ਨਹੀਂ ਸਕਦੇ। ਪਰ ਜਿਹੜਾ ਆ ਸੋਧ ਆਰਡੀਨੈਂਸ 1955 ਵਾਲੇ ਦਾ, ਉਹਦੇ ਵਿੱਚ ਹੁਣ ਇਹ ਹੋ ਗਿਆ ਕਿ ਭਾਵੇਂ ਆਲੂ ਨੇ, ਭਾਵੇਂ ਪਿਆਜ਼ ਨੇ, ਭਾਵੇਂ ਦਾਲਾਂ ਨੇ, ਭਾਵੇਂ ਤੇਲ ਬੀਜ ਨੇ, ਕਿਸੇ ਵੀ ਚੀਜ਼ ਦੇ ਭੰਡਾਰ ਤੇ ਕੋਈ ਰੋਕ ਹੀ ਨਹੀਂ, ਇਹ ਲੱਗੀ ਹੋਈ ਰੋਕ ਚੱਕ ਦਿੱਤੀ ਹੈ। ਇੱਥੇ ਫਿਰ ਸਮਝਣਾ ਪਏਗਾ ਕਿ ਹੁਣ ਭਾਰਤ ਦੇ ਵਿੱਚ 85% ਛੋਟੇ ਕਿਸਾਨ ਨੇ। ਨਾ ਤਾਂ ਕਿਸਾਨਾਂ ਕੋਲ ਲੰਬੇ ਸਮੇਂ ਵਾਸਤੇ ਸਟੋਰੇਜ ਪ੍ਰਣਾਲੀ ਹੈ, ਨਾ ਕਿਸਾਨਾਂ ਦੀ ਇੰਨੀ ਵੱਡੀ ਆਮਦਨ ਹੈ ਕਿ ਉਹ ਆਪਣੀ ਜਿਣਸ ਨੂੰ ਸਾਲ ਵਾਸਤੇ 6 ਮਹੀਨੇ ਵਾਸਤੇ ਕਿਸੇ ਸਟੋਰ ਦੇ ਵਿੱਚ ਰੱਖ ਸਕਣ। ਕਿਸਾਨ ਭਾਵੇਂ ਛੋਟਾ ਹੈ, ਕਿਸਾਨ ਭਾਵੇਂ ਵੱਡਾ ਹੈ, ਮੈਂ ਪਹਿਲਾਂ ਵੀ ਆਖਿਆ ਸੀ ਕਿ ਕਿਸਾਨ ਤਾਂ ਆਪਣੀ ਖੇਤ ਵਿੱਚ ਖੜੀ ਫਸਲ ਨੂੰ ਦੇਖ ਰਿਹਾ ਹੁੰਦਾ ਕਿ ਕਦੋਂ ਵੱਢਾਂ, ਕਦੋਂ ਮੰਡੀ ਲੈ ਕੇ ਜਾਵਾਂ, ਕਦੋਂ ਜਿਹੜਾ ਸਿਰ ਚੜ੍ਹਿਆ ਕਰਜ਼ਾ ਉਸ ਨੂੰ ਵਾਪਸ ਕਰ ਦਿਆਂ। ਹੁਣ ਕਿਸਾਨ ਵੱਡਾ ਭਾਵੇਂ ਕਿਸਾਨ ਛੋਟਾ ਹੈ, ਉਹ ਆਪਣੀ ਫਸਲ ਨੂੰ ਜ਼ਿਆਦਾ ਸਮੇਂ ਵਾਸਤੇ ਰੱਖ ਨਹੀਂ ਸਕਦਾ, ਕਿਉਂਕਿ ਕਿਸਾਨ ਫਸਲ ਨੂੰ ਖੇਤ ਦੇ ਵਿੱਚੋਂ ਵੱਢਣ ਤੋਂ ਬਾਅਦ ਤੁਰੰਤ ਮੰਡੀ ਲੈ ਕੇ ਜਾਂਦਾ ਹੈ ਤੇ ਉਸਨੇ ਕਰਜ਼ ਮੋੜਨਾ ਹੁੰਦਾ, ਪੈਸੇ ਧੇਲੇ ਦੀ ਜ਼ਰੂਰਤ ਹੁੰਦੀ ਹੈ। ਹੁਣ ਇਹਦੇ ਵਿੱਚ ਮਹੱਤਵਪੂਰਨ ਗੱਲ ਇਹ ਹੈ ਕਿ ਕਿਸਾਨ ਆਪਣੇ ਉਤਪਾਦ ਨੂੰ ਸਟੋਰ ਕਰਨ ਤੋਂ ਪਹਿਲਾਂ ਕਿੰਨੇ ਦਿਨਾਂ ਲਈ ਸਟੋਰ ਕਰ ਸਕਦਾ ਹੈ, ਇਹ ਤੁਹਾਨੂੰ ਸਭ ਤੋਂ ਵੱਧ ਪਤਾ ਹੋਣਾ ਹੈ, ਜੋ ਕਿ ਇੱਕ ਕਾਨੂੰਨੀ ਪਾਬੰਦੀ ਸੀ। ਇਹ ਸਿਰਫ ਵੱਡੀਆਂ ਕੰਪਨੀਆਂ, ਵੱਡੇ ਵਪਾਰੀਆਂ, ਉਹ ਭੰਡਾਰਨ ਦੇ ਉੱਤੋਂ ਹੁਣ ਜਿਹੜੀ ਲੱਗੀ ਹੋਈ ਰੋਕ ਵੀ ਚੁੱਕ ਦਿੱਤੀ ਗਈ ਹੈ। ਇਹ ਫੈਸਲਾ ਤੁਸੀਂ ਮੈਨੂੰ ਦੱਸੋ ਕਿ ਕਿਸਾਨਾਂ ਵਾਸਤੇ ਲਾਹੇਵੰਦ ਹੈ, ਕਿਸਾਨਾਂ ਲਈ ਦੋਸਤਾਨਾ ਹੈ, ਜਾਂ ਕਿਸਾਨੀ ਦੇ ਵਿਰੋਧ ਵਿੱਚ ਹੈ? ਸਰਕਾਰ ਕਹੀ ਜਾਂਦੀ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਹੈ। ਕਿਸਾਨ ਤੋਂ ਜਿਣਸ ਸਸਤੇ ਭਾਅ 'ਤੇ ਖਰੀਦ ਕੇ ਭੰਡਾਰ ਕਰ ਲਿਆ, ਜਦੋਂ ਉਧਰ ਜ਼ਰੂਰਤ ਵੀ ਪਈ ਆ ਕਿ ਹੁੰਦਾ ਸੀ ਕਿ ਤੁਸੀਂ ਜਮ੍ਹਾਂਖੋਰੀ ਨਹੀਂ ਕਰ ਸਕਦੇ, ਪਰ ਹੁਣ ਇਹ ਕਾਨੂੰਨ ਹੈ ਕਿ ਤੁਸੀਂ ਜਮ੍ਹਾਂਖੋਰੀ ਕਰ ਸਕੋਗੇ। ਤੁਹਾਨੂੰ ਆਖਿਆ ਨਹੀਂ ਜਾ ਸਕਦਾ ਕਿ ਭਾਈ ਤੁਹਾਡੇ ਗੋਦਾਮ ਭਰੇ ਪਏ ਨੇ ਤੇ ਲੋਕਾਂ ਨੂੰ ਜ਼ਰੂਰਤ ਹੈ ਤੇ ਸਮਾਨ ਕੱਢ ਕੇ ਦਿਓ। ਹੁਣ ਇਹ ਕਿਸਾਨੀ ਨਾਲ ਧਰੋ ਨਹੀਂ ਕਿ ਕਿਸਾਨ ਵਿਰੋਧੀ ਨਹੀਂ, ਜਾਂ ਇਹ ਕਿਸਾਨਾਂ ਦਾ ਦੋਸਤਾਨਾ, ਕਮੈਂਟ ਕਰਕੇ ਜ਼ਰੂਰ ਦੱਸਿਓ। ਇਹਦੇ ਨਾਲ ਸਿਰਫ ਜਿਹੜੇ ਵੱਡੇ ਲੋਕ ਨੇ, ਧਨੰਤਰ ਲੋਕ ਨੇ, ਵੱਡੇ ਕਾਰਪੋਰੇਟ ਘਰਾਣੇ ਨੇ, ਕਾਲਾ ਬਾਜ਼ਾਰੀ ਹੈ, ਜਮ੍ਹਾਂਖੋਰੀ ਹੈ, ਬਲੈਕ ਮਾਰਕੀਟਿੰਗ ਕਰਨ ਦਾ ਉਹਨਾਂ ਨੂੰ ਪੂਰਾ ਮੌਕਾ ਮਿਲੇਗਾ। ਹੁਣ ਜਿਹੜੀ ਕਾਲਾ ਬਾਜ਼ਾਰੀ ਕਰਨ ਦੀ ਕਾਨੂੰਨੀ ਅਧਿਕਾਰ ਉਹਨਾਂ ਨੂੰ ਪ੍ਰਾਪਤ ਹੋ ਗਿਆ, ਭਾਵ ਇਹ ਕਿ ਇਸ ਆਰਡੀਨੈਂਸ ਜਾਂ ਇਸ ਬਿੱਲ ਦੇ ਤਹਿਤ ਵੱਡੀਆਂ ਕੰਪਨੀਆਂ ਖੇਤੀਬਾੜੀ ਉਤਪਾਦਾਂ ਦੀ ਕਾਲਾ ਬਾਜ਼ਾਰੀ ਕਰ ਸਕਿਆ ਕਰਨਗੀਆਂ। ਇਹ ਕੰਪਨੀਆਂ ਇਹ ਸੁਪਰ ਮਾਰਕੀਟ ਖੇਤੀ ਉਤਪਾਦਾਂ ਨੂੰ ਆਪਣੇ ਵੱਡੇ ਗੋਦਾਮਾਂ ਦੇ ਵਿੱਚ ਜਮ੍ਹਾਂ ਕਰਿਆ ਕਰਨਗੀਆਂ ਤੇ ਬਾਅਦ ਦੇ ਵਿੱਚ ਜਿੰਨਾ ਦਿਲ ਕਰਿਆ ਕਰੇਗਾ, ਜਦੋਂ ਦਿਲ ਕਰਿਆ ਕਰੇਗਾ, ਵੱਧ ਕੀਮਤ ਤੇ ਗਾਹਕਾਂ ਦੇ ਅੱਗੇ ਪਰੋਸਿਆ ਕਰਨਗੀਆਂ, ਵੇਚਿਆ ਕਰਨਗੀਆਂ। ਇਹਦੇ ਨਾਲ ਕਿਸਾਨ ਅਤੇ ਆਮ ਜਨਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ। ਦੇਸ਼ ਦਾ ਆਮ ਖਪਤਕਾਰ ਮਹਿੰਗਾਈ ਦੀ ਮਾਰ ਨਾਲ ਜੂਝੇਗਾ। ਇੱਕ ਕਿਸਾਨ ਫਸਲ ਦੀ ਬਿਜਾਈ ਤੋਂ ਪਹਿਲਾਂ ਲਗਭਗ ਮਹੀਨਾ ਭਰ ਦੁਬਿਧਾ 'ਚ ਇਹ ਹੁੰਦਾ ਕਿ ਕਿਹੜੀ ਫਸਲ ਬੀਜੇ, ਕੀ ਬੀਜੇ। ਉਹ ਫਿਰ ਉਹ ਚੁਣਦਾ ਹੈ ਕਿ ਕਿਹੜੀ ਫਸਲ ਦਾ ਸਮਰਥਨ ਮੁੱਲ ਜ਼ਿਆਦਾ ਹੈ। ਹੁਣ ਜਦ ਤੁਹਾਡੇ ਕੋਲ ਸਮਰਥਨ ਮੁੱਲ ਨਹੀਂ ਹੋਣਾ, ਫਿਰ ਕਿਸਾਨ ਕੀ ਕਰੂਗਾ? ਇਹ ਸੋਚੋ ਕਿ ਵੱਡੇ ਉਦਯੋਗਪਤੀ ਨੇ, ਉਹਨਾਂ ਦੁਆਰਾ ਵਾਧੂ ਭੰਡਾਰ ਕੀਤੀ ਫਸਲ ਦੀ ਬਿਜਾਈ ਸਮੇਂ ਇਹ ਰੇਟ ਬਹੁਤ ਉੱਚਾ ਰਹੇਗਾ, ਕਿਉਂਕਿ ਲੋਕਾਂ ਨੂੰ ਲੋੜ ਹੈ, ਆਲੂ ਦੀ ਲੋੜ ਹੈ, ਪਿਆਜ਼ ਦੀ ਲੋੜ ਹੈ, ਦਾਲਾਂ ਦੀ ਲੋੜ ਹੈ। ਉਹ ਜਮ੍ਹਾਂਖੋਰੀ ਕਰੀ ਬੈਠੇ ਨੇ, ਮਾਰਕੀਟ 'ਚ ਦੇ ਨਹੀਂ ਰਹੇ। ਲੱਗੂਗਾ ਕਿ ਯਾਰ ਪਿਆਜ਼ ਦਾ ਰੇਟ ਬਹੁਤ ਹੈ, ਆਲੂ ਦਾ ਰੇਟ ਬਹੁਤ ਹੈ, ਪਰ ਜਦੋਂ ਕਿਸਾਨ ਨੇ ਉਹ ਫਸਲ ਬੀਜ ਲਈ ਤੇ ਉਹਨਾਂ ਨੇ ਆਪਣੇ ਗੋਦਾਮ ਦੇ ਮੂੰਹ ਖੋਲ੍ਹ ਦੇਣੇ ਨੇ, ਕਿਸਾਨ ਬਿਜਾਈ ਕਰ ਬੈਠੇ ਆ, ਪਰ 4-5 ਮਹੀਨਿਆਂ ਦੀ ਬਿਜਾਈ ਤੋਂ ਬਾਅਦ ਕਿਸਾਨ ਦੀ ਫਸਲ ਮੰਡੀ ਵਿੱਚ ਆਉਣ ਵਾਲੀ ਹੋਣੀ ਹੈ। ਉਦੋਂ ਤੱਕ ਚਫੇਰਿਓਂ ਹੀ ਉਹਨਾਂ ਨੇ ਆਪਣੇ ਗੋਦਾਮਾਂ ਦੇ ਮੂੰਹ ਖੋਲ੍ਹ ਦਿੱਤੇ ਹੋਣੇ ਨੇ। ਹੁਣ ਮਾਰਕੀਟ ਦੇ ਵਿੱਚ ਜਦੋਂ ਸਮਾਨ ਆਮ ਆ ਗਿਆ, ਫਿਰ ਕਿਸਾਨਾਂ ਦੁਆਰਾ ਵਾਢੀ ਕਰਕੇ ਲਿਜਾਈ ਗਈ ਫਸਲ ਦੇ ਜਿਹੜੀ ਉਹਦਾ ਮੁੱਲ ਲੱਗਣਾ, ਉਹਦੇ ਵਿੱਚ ਵੱਡੀ ਗਿਰਾਵਟ ਆਏਗੀ। ਮੈਨੂੰ ਇਹ ਵੀ ਦੱਸ ਦਿਓ ਕਿ ਇਹ ਕਿਸਾਨਾਂ ਦੇ ਹੱਕ ਵਿੱਚ ਜਾਊ ਜਾਂ ਕਿਸਾਨਾਂ ਦੇ ਵਿਰੋਧ ਵਿੱਚ ਜਾਊ? ਕਿ ਇਹ ਕਿਸਾਨੀ ਦਾ ਸ਼ੋਸ਼ਣ ਨਹੀਂ, ਜਾਂ ਫਿਰ ਵੱਡੇ ਖਿਡਾਰੀ ਖਰੀਦ ਕੇ ਸਸਤੇ ਭਾਅ 'ਤੇ ਉਹਨਾਂ ਕੋਲੋਂ ਫਿਰ ਗੋਦਾਮਾਂ ਦੇ ਵਿੱਚ ਜਮ੍ਹਾਂ ਕਰਕੇ ਕਿ ਮਹਿੰਗੇ ਭਾਅ 'ਤੇ ਫਿਰ ਨਹੀਂ ਵੇਚਿਆ ਕਰਨਗੇ? ਇਹ ਵਾਧੂ ਕੀਮਤ ਕੀ ਕਿਸਾਨ ਦੀ ਜੇਬ 'ਚ ਆਉਣੀ ਹੈ? ਇਹ ਸਿਲਸਿਲਾ ਲਗਭਗ ਹਰ ਵਰੇ ਹਰ ਸਮਾਹੀ ਜਾਰੀ ਰਹੇਗਾ। ਹੁਣ ਇਹ ਜਿਹੜੀਆਂ ਗੱਲਾਂ ਨੇ, ਇਹ ਮੈਨੂੰ ਲੱਗਦਾ ਕਿ ਜਿਹੜੀ ਓਪਨ ਮਾਰਕੀਟ ਵਾਲਾ ਜਿਹੜਾ ਇਹਨਾਂ ਨੇ ਇੱਕ ਇਹ ਫੰਡਾ ਲਿਆਂਦਾ, ਜਿੱਥੋਂ ਤੱਕ ਆਖਿਆ ਜਾ ਸਕਦਾ ਹੈ ਕਿ ਭਾਰਤ ਦੇ ਵਿੱਚ ਇਸ ਸਿਸਟਮ ਦੀ ਜ਼ਰੂਰਤ ਨਹੀਂ ਸੀ। ਹੋ ਸਕਦਾ ਕਿ ਵੱਡੇ ਆਪਾਂ ਵੇਖ ਸਕਦੇ ਹਾਂ ਘਰਾਣੇ ਨੇ ਅਮਰੀਕਾ ਵਰਗੇ ਮੁਲਕ ਵਿੱਚ ਹੀ ਹੈ, ਪਰ ਜੇ ਅਮਰੀਕਾ ਵਰਗੇ ਮੁਲਕ ਵਿੱਚ ਹੈ ਤਾਂ ਕਿ ਉੱਥੇ ਵਾਲਮਾਰਟ ਵਰਗੀਆਂ ਵੱਡੀਆਂ ਕੰਪਨੀਆਂ ਤੁਹਾਨੂੰ ਪਤਾ ਕਿ ਦੁਨੀਆ ਭਰ ਦੇ ਵਿੱਚ ਫੈਲ ਗਈਆਂ ਨੇ। ਕਦੇ ਕੋਈ ਕਿਸਾਨ ਦੱਸਿਓ ਖਾਂ
ਕਿ ਉਹਨੇ ਪੰਜਾਬ ਦੇ ਵਿੱਚੋਂ ਜਾਂ ਅਮਰੀਕਾ ਦੇ ਵਿੱਚੋਂ ਹੀ ਖੇਤੀ ਸ਼ੁਰੂ ਕੀਤੀ ਸੀ, ਅੱਜ ਦੁਨੀਆ ਭਰ ਦੇ ਵਿੱਚ ਉਹਦੇ ਫਾਰਮ ਹੋਣ। ਹੁਣ ਜੇ ਤਾਂ ਤੁਸੀਂ ਅਮਰੀਕਾ ਵਾਂਗ ਇੱਥੇ ਸਾਰੇ ਹੋਰ ਵੀ ਸੁੱਖ ਸਹੂਲਤਾਂ ਦੇਣੀਆਂ ਚਾਹੁੰਦੇ ਹੋ, ਫਿਰ ਤਾਂ ਸਰਕਾਰੇ ਜੀ ਸਦਕੇ, ਕਿਉਂਕਿ ਭਾਰਤ ਦਾ ਕਿਸਾਨ, ਭਾਰਤ ਦੇ ਆਮ ਲੋਕ, ਆਵਾਮ ਅਮਰੀਕਾ ਦੀ ਤਰਜ਼ ਤੇ ਨਹੀਂ ਚੱਲ ਸਕਦੇ। ਸੋ ਇਹ ਬਹੁਤ ਖੂਬਸੂਰਤ ਗੱਲਾਂ ਨੇ ਜਿਹੜੀਆਂ ਤੁਹਾਨੂੰ ਦੱਸਣੀਆਂ ਸਰਕਾਰ ਨੂੰ ਬਣਦੀਆਂ ਸੀ ਕਿ ਆਹ ਤੁਹਾਡੇ ਹੱਕ ਦੀਆਂ ਨੇ, ਆਹ ਤੁਹਾਡੇ ਵਿਰੋਧ ਦੀਆਂ ਨੇ। ਜੇਕਰ ਉਹਨਾਂ ਨੇ ਇਹ ਤੁਹਾਨੂੰ ਉਦਾਹਰਨਾਂ ਦੇ ਕੇ ਸਮਝਾਇਆ ਨਹੀਂ, ਫਿਰ ਦਾਲ 'ਚ ਕਾਲਾ ਨਹੀਂ, ਫਿਰ ਸਾਰੀ ਦਾਲ ਕਾਲੀ ਹੈ। ਇਹ ਕੰਮ ਕਿਸਾਨੀ ਨੂੰ ਖਤਮ ਕਰ ਦੇਣਗੇ। ਕੁਝ ਦਿਨ ਪਹਿਲਾਂ ਸਿਓਨੀ ਜ਼ਿਲ੍ਹਾ ਮੱਧ ਪ੍ਰਦੇਸ਼ ਦੇ ਵਿੱਚ ਪੈਂਦਾ, ਉੱਥੋਂ ਦੀ ਉਦਾਹਰਨ ਦੇ ਦਿੰਦੇ ਆ, ਕਿਉਂਕਿ ਜਿੰਨੀ ਦੇਰ ਸਾਡੇ ਸਾਹਮਣੇ ਕੋਈ ਉਦਾਹਰਨ ਨਹੀਂ, ਐਗਜ਼ਾਮਪਲ ਨਹੀਂ, ਕਈ ਵਾਰੀ ਸਾਨੂੰ ਸਮਝਣਾ ਔਖਾ ਹੋ ਜਾਂਦਾ। ਹੁਣ ਸਿਓਨੀ ਜ਼ਿਲ੍ਹਾ ਮੱਧ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੂੰ ਮੱਕੀ 1850 ਰੁਪਏ ਕੁਇੰਟਲ ਦੇ ਸਮਰਥਨ ਮੁੱਲ ਤੋਂ ਘੱਟ ਕੇ ਸਿਰਫ 900 ਰੁਪਏ ਜਾਂ 1000 ਰੁਪਏ ਘੱਟ ਭਾਅ ਤੇ ਵੇਚਣ ਵਾਸਤੇ ਮਜਬੂਰ ਹੋਣਾ ਪਿਆ। ਕਾਰਨ ਕੀ ਸੀ? ਕਿਉਂਕਿ ਕਿਸਾਨਾਂ ਨੂੰ ਰਾਹਤ ਨਾ ਦੇਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਮੱਕੀ ਨਾਲ ਸੰਬੰਧਿਤ ਵੱਡੀਆਂ ਕੰਪਨੀਆਂ ਨੂੰ 5 ਲੱਖ ਮੀਟ੍ਰਿਕ ਟਨ ਇਹ ਮੱਕੀ ਵਿਦੇਸ਼ਾਂ ਤੋਂ ਮੰਗਵਾਉਣ ਦੀ ਆਗਿਆ ਦੇ ਦਿੱਤੀ। ਹੁਣ ਇਹਦੇ ਬਾਵਜੂਦ ਆਨਲਾਈਨ ਕਿਸਾਨ ਸੱਤਿਆਗ੍ਰਹਿ ਵੀ ਚੱਲਿਆ। ਹੁਣ ਜੇ ਅਮਰੀਕਾ ਵਿੱਚ ਮੱਕੀ ਦੀ ਕੀਮਤ $145 ਪ੍ਰਤੀ ਟਨ ਹੈ, ਭਾਵ 1060 ਰੁਪਏ ਪ੍ਰਤੀ ਕੁਇੰਟਲ ਹੈ। ਹੁਣ ਸੋਚਣਾ ਪਊਗਾ ਕਿ ਉਹਨਾਂ ਦੇ ਦੇਸ਼ ਦੀਆਂ ਕੰਪਨੀਆਂ ਮੱਕੀ ਨੂੰ 1000 ਤੋਂ 11000 ਰੁਪਏ ਪ੍ਰਤੀ ਕੁਇੰਟਲ ਬਰਾਮਦ ਕਰਨਗੀਆਂ ਅਤੇ ਇਸ ਨੂੰ ਗੋਦਾਮਾਂ ਦੇ ਵਿੱਚ ਜੇ ਸਟੋਰ ਕਰਨਾ ਪਏਗਾ ਤੇ ਸਟੋਰ ਕਰ ਦੇਣਗੀਆਂ। ਜਦੋਂ ਕਿ ਅੱਜ ਤੋਂ 2 ਮਹੀਨੇ ਬਾਅਦ ਜਦੋਂ ਕਿਸਾਨ ਦੀ ਫਸਲ ਬਾਜ਼ਾਰ ਵਿੱਚ ਆਉਣਾ ਸ਼ੁਰੂ ਹੋਵੇਗੀ ਤਾਂ ਉਹ ਕਿਸਾਨ ਨੂੰ 800 ਰੁਪਏ 900 ਰੁਪਏ ਕੁਇੰਟਲ ਮਿਲੇਗਾ। ਹੁਣ ਸਰਕਾਰ ਆਪਣੇ ਆਪ 1 ਕੁਇੰਟਲ ਮੱਕੀ ਦੇ ਉਤਪਾਦਨ ਵਾਸਤੇ 1213 ਰੁਪਏ ਦੀ ਲਾਗਤ ਮੰਨਦੀ ਹੈ। ਹੁਣ ਜੇ 1200-1300 ਰੁਪਏ ਲਾਗਤ ਆ ਰਹੀ ਹੈ 1 ਕੁਇੰਟਲ ਦੀ ਉਪਜ ਦੇ ਵਾਸਤੇ, ਪਰ ਕਿਸਾਨ ਨੂੰ 800 ਤੋਂ ਲੈ ਕੇ 900 ਰੁਪਇਆ ਮਿਲਿਆ, ਤੇ ਮੈਨੂੰ ਆਪ ਹਿਸਾਬ ਲਾ ਕੇ ਦੱਸ ਦਿਓ ਕਿ ਕਿਸਾਨ ਫਿਰ ਜਿੰਦਾ ਰਹੂਗਾ ਕਿ ਆਮ ਲੋਕਾਂ ਦੀ ਸੰਘੀ ਨੱਪੀ ਨਹੀਂ ਜਾਊਗੀ। ਸੋ ਇਹ ਫਿਰ ਇੱਕ ਵਾਰੀ ਜਿਹੜੇ ਬਿੱਲ ਪੇਸ਼ ਕੀਤੇ ਗਏ, ਆਰਡੀਨੈਂਸ ਲਿਆਂਦੇ ਗਏ, ਪਾਸ ਕੀਤੇ ਗਏ, ਆ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ, ਕੀ ਲੱਗਦਾ ਤੁਹਾਨੂੰ ਇਹ ਕਿਸਾਨੀ ਦੇ ਹੱਕ ਵਿੱਚ ਨੇ? ਇਹ 2 ਤੋਂ ਬਾਅਦ ਹੁਣ ਤੀਸਰਾ ਆਰਡੀਨੈਂਸ ਕੀ ਆ, ਆਪਾਂ ਉਹਦੇ ਬਾਬਤ ਵੀ ਗੱਲ ਕਰ ਲੈਂਦੇ ਹਾਂ। ਤੀਜਾ ਆਰਡੀਨੈਂਸ ਹੈ ਮੁੱਲ ਬੀਮਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ। ਜੀ ਹਾਂ, ਮੁੱਲ ਬੀਮਾ ਅਤੇ ਫਾਰਮ ਸੇਵਾਵਾਂ ਆਰਡੀਨੈਂਸ। ਇਹਦੇ ਤੇ ਕਿਸਾਨ ਸਮਝੌਤਾ, ਇਹਦੇ ਤਹਿਤ ਇਕਰਾਰਨਾਮੇ ਜਿਹੜੇ ਖੇਤੀ ਨੂੰ ਉਤਸ਼ਾਹਿਤ ਕੀਤੇ ਜਾਣਗੇ, ਕਹਿੰਦੇ, ਜਿਹਦੇ ਵਿੱਚ ਵੱਡੀਆਂ ਕੰਪਨੀਆਂ ਖੇਤੀਬਾੜੀ ਕਰਨਗੀਆਂ, ਕਿਸਾਨ ਸਿਰਫ ਖੇਤਾਂ 'ਚ ਕੰਮ ਕਰਨਗੇ। ਇਸ ਨਵੇਂ ਆਰਡੀਨੈਂਸ ਦੇ ਤਹਿਤ ਕਿਸਾਨ ਆਪਣੀ ਜ਼ਮੀਨ ਤੇ ਜੇ ਕੁਝ ਕਰੇਗਾ ਤਾਂ ਮਜ਼ਦੂਰ ਬਣ ਕੇ ਮਜ਼ਦੂਰੀ ਕਰੇਗਾ। ਇਸ ਆਰਡੀਨੈਂਸ ਦੇ ਨਾਲ ਭਾਰਤ ਦੀ ਕੇਂਦਰ ਸਰਕਾਰ ਨੇ, ਭਾਰਤ ਦੀ ਮੋਦੀ ਸਰਕਾਰ ਨੇ ਕਿਸਾਨਾਂ ਦੇ ਉੱਤੇ ਖੇਤੀਬਾੜੀ ਦੇ ਪੱਛਮੀ ਮਾਡਲ ਨੂੰ ਥੋਪਣਾ ਚਾਹਿਆ। ਹਾਲਾਂਕਿ ਇਹ ਮਾਡਲ ਭਾਰਤ ਵਿੱਚ ਨਵਾਂ ਨਹੀਂ ਹੈ, ਕਿਉਂਕਿ ਭਾਰਤ ਵਿੱਚ ਠੇਕੇ ਦੀ ਖੇਤੀ ਤੁਹਾਨੂੰ ਪਤਾ ਪਹਿਲਾਂ ਵੀ ਕੀਤੀ ਜਾਂਦੀ ਹੈ। ਹਾਲਾਂਕਿ ਜਿਹੜਾ ਇਹ ਨਵਾਂ ਮਾਡਲ ਹੈ, ਜਾਂ ਭਾਵੇਂ ਪੁਰਾਣਾ ਵੀ ਚੱਲ ਰਿਹਾ ਪਰ ਆਰਡੀਨੈਂਸ ਨਵਾਂ ਹੈ, ਇਹਦੇ ਤਹਿਤ ਭਾਰਤ ਵਿੱਚ ਠੇਕੇ ਦੀ ਖੇਤੀ ਜਿਸ ਤਰ੍ਹਾਂ ਕੀਤੀ ਜਾਂਦੀ ਸੀ ਉਸੇ ਤਰੀਕੇ ਹੁਣ ਲਗਭਗ ਤੁਸੀਂ ਕਰੋਗੇ। ਇਹਦੀਆਂ ਮਿਸਾਲਾਂ ਮੱਧ ਪ੍ਰਦੇਸ਼ ਦੇ ਵਿੱਚ ਆਪਾਂ ਦਿੰਦੇ ਹਾਂ। ਫਿਰ ਉੱਥੇ ਟਮਾਟਰ ਦੀ, ਕੈਂਪਿਕਸ ਦੀ ਕਾਸ਼ਤ ਕੀਤੀ ਜਾਂਦੀ ਹੈ। ਮਹਾਰਾਸ਼ਟਰ ਦੇ ਵਿੱਚ ਫੁੱਲ ਵੀ ਹੁੰਦੇ ਨੇ, ਅਨਾਰਾਂ ਦੀ ਕਾਸ਼ਤ ਕੀਤੀ ਜਾਂਦੀ ਹੈ। ਕਰਨਾਟਕ ਦੇ ਵਿੱਚ ਕਾਜੂਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਉੱਤਰਾਖੰਡ ਦੇ ਵਿੱਚ ਨਸ਼ਿਆਂ ਦੀ ਕਾਸ਼ਤ ਕੀਤੀ ਜਾਂਦੀ ਹੈ। ਬਹੁਤ ਸਾਰੇ ਕਿਸਾਨ ਹੋਣਗੇ ਜਿਨ੍ਹਾਂ ਵਾਸਤੇ ਇਹ ਵਧੇਰੇ ਲਾਭਕਾਰੀ ਨਹੀਂ, ਪਰ ਜਿਹੜਾ ਪੁਰਾਣਾ ਮਾਡਲ ਹੈ ਅਜੇ ਵੀ ਇੰਨੇ ਬਲ ਨਾਲ ਉਹਨੂੰ ਅੱਗੇ ਵਧਾਇਆ ਜਾ ਰਿਹਾ ਹੈ ਕਿ ਕਿਸਾਨ ਦੀ ਪੂਰੀ ਤਸਵੀਰ, ਕਿਸਾਨ ਦੀ ਕਿਸਮਤ ਬਦਲ ਸਕਦੀ ਹੈ, ਪਰ ਜੇ ਸਰਕਾਰ ਸੁਹਿਰਦ ਹੋਵੇ। ਪਰ ਕਿਸਾਨ ਇਹ ਭੁੱਲ ਜਾਂਦੀ ਹੈ ਕਿ ਜੇ ਸਾਡੇ ਕਿਸਾਨਾਂ ਦੀ ਤੁਲਨਾ ਵਿੱਚ ਵਿਦੇਸ਼ੀ ਕਿਸਾਨਾਂ ਦੇ ਨਾਲ ਕਰੀਏ, ਅਸੀਂ ਜਿਹੜੇ ਆਮ ਤੌਰ ਤੇ ਬਹੁਤ ਸਾਰੇ ਮੁਲਕ ਨੇ, ਹੁਣ ਕੈਨੇਡਾ ਦੀ, ਅਮਰੀਕਾ ਦੀ ਗੱਲ ਕਰੀਏ ਤਾਂ ਇੱਥੇ ਬਹੁਤੀ ਆਬਾਦੀ ਜਿਹੜੀ ਕਿਸਾਨੀ ਦੇ ਨਾਲ ਸੰਬੰਧਿਤ ਨਹੀਂ। ਭਾਰਤ ਦੇ ਵਿੱਚ 85% ਲੋਕ ਹੋਣਗੇ, ਘੱਟੋ ਘੱਟ ਪੰਜਾਬ ਦੇ ਵਿੱਚ ਤੇ ਆਖਿਆ ਜਾ ਸਕਦਾ ਕਿ 85% ਲੋਕ ਨੇ ਜਿਹੜੇ ਕਿਸਾਨੀ ਨਾਲ ਸੰਬੰਧਿਤ ਨੇ। ਹੁਣ ਕਿੱਥੇ ਪੱਛਮੀ ਮੁਲਕ, ਕਿੱਥੇ ਭਾਰਤ? ਹੁਣ ਜੇ ਜ਼ਮੀਨੀ ਹਕੀਕਤ ਦੇਖੀਏ ਜਾਂ ਜ਼ਮੀਨੀ ਆਬਾਦੀ ਦਾ ਅਨੁਪਾਤ ਵੇਖੀਏ ਤਾਂ ਪੱਛਮੀ ਮੁਲਕਾਂ ਦੇ ਨਾਲੋਂ ਭਾਰਤ ਦਾ ਕਿਤੇ ਵੱਖਰਾ ਹੈ। ਹੁਣ ਭਾਰਤ ਕੋਲ ਖੇਤੀਬਾੜੀ, ਰੋਜ਼ੀ ਰੋਟੀ ਦੇ ਸਾਧਨ ਕਿਹੜੇ ਨੇ? ਪੱਛਮੀ ਮੁਲਕਾਂ ਦੇ ਵਿੱਚ ਇਹ ਕਾਰੋਬਾਰ ਨੇ, ਨਾਲ ਫਿਰ ਖੇਤੀਬਾੜੀ ਹੈ। ਸਾਡੇ ਕੰਮ ਉਲਟਾ, ਸਾਡੇ ਮੁੱਖ ਧੰਦਾ ਖੇਤੀਬਾੜੀ,
ਕਿਸੇ ਕਿਸੇ ਕੋਲ ਸਹਾਇਕ ਧੰਦੇ। ਹੁਣ ਤਜਰਬੇ ਇਹ ਦੱਸਦੇ ਆ ਕਿ ਇਕਰਾਰਨਾਮੇ ਦੀ ਖੇਤੀ ਦੇ ਨਾਲ ਕਿਸਾਨਾਂ ਦਾ ਸ਼ੋਸ਼ਣ ਪਹਿਲਾਂ ਵੀ ਹੁੰਦਾ ਸੀ, ਹੁਣ ਹੋਰ ਹੋਏਗਾ। ਹੁਣ ਪਿਛਲੇ ਵਰੇ ਪੈਪਸੀਕੋ ਕੰਪਨੀ ਨੇ ਗੁਜਰਾਤ ਦੇ ਵਿੱਚ ਕਈ ਕਰੋੜਾਂ ਰੁਪਏ ਦਾ ਕਿਸਾਨਾਂ ਉੱਤੇ ਮੁਕੱਦਮਾ ਕੀਤਾ, ਜੋ ਬਾਅਦ ਦੇ ਵਿੱਚ ਕਿਸਾਨ ਸੰਗਠਨਾਂ ਦੇ ਵਿਰੋਧ ਦੇ ਕਾਰਨ ਉਹਨੂੰ ਵਾਪਸ ਲੈਣਾ ਪਿਆ ਸੀ। ਇਕਰਾਰਨਾਮੇ ਦੀ ਖੇਤੀ ਜਿਹੜਾ ਇਹ ਆਰਡੀਨੈਂਸ ਤੀਸਰਾ, ਇਹਦੇ ਤਹਿਤ ਕੰਪਨੀਆਂ ਫਸਲਾਂ ਦੀ ਬਿਜਾਈ ਤੋਂ ਪਹਿਲਾਂ ਕਿਸਾਨਾਂ ਦਾ ਮਾਲ ਇੱਕ ਨਿਸ਼ਚਿਤ ਕੀਮਤ ਤੇ ਖਰੀਦਣ ਦਾ ਵਾਅਦਾ ਕਰਨਗੀਆਂ ਕਿ ਭਾਈ ਅਸੀਂ ਇਸ ਕੀਮਤ ਤੇ ਤੁਹਾਡੇ ਕੋਲੋਂ ਜਿਣਸ ਖਰੀਦਾਂਗੇ। ਪਰ ਬਾਅਦ ਦੇ ਵਿੱਚ ਜਦੋਂ ਕਿਸਾਨ ਦੀ ਫਸਲ ਤਿਆਰ ਹੋਏਗੀ, ਫਿਰ ਕੰਪਨੀਆਂ ਕੀ ਕਹਿਣਗੀਆਂ? ਕੰਪਨੀਆਂ ਕਿਸਾਨਾਂ ਨੂੰ ਕੁਝ ਸਮਾਂ ਉਹਨਾਂ ਨੂੰ ਇੰਤਜ਼ਾਰ ਕਰਨ ਵਾਸਤੇ ਆਖ ਸਕਦੀਆਂ ਨੇ, ਆਖਣਗੀਆਂ ਵੀ, ਤੇ ਬਾਅਦ ਵਿੱਚ ਕਿਸਾਨਾਂ ਦੀ ਉਪਜ ਨੂੰ ਮਾੜਾ ਵੀ ਕਹਿਣਗੀਆਂ, ਉਹ 'ਚ ਨੁਕਸ ਕੱਢਣਗੀਆਂ ਕਿ ਅਸੀਂ ਤੁਹਾਨੂੰ ਜਿਹੜੀ ਜਿਣਸ ਦੱਸੀ ਸੀ ਕਿ ਇਸ ਭਾਅ 'ਤੇ ਖਰੀਦਾਂਗੇ, ਇਹਦੀ ਤੇ ਗੁਣਵੱਤਾ ਨਹੀਂ, ਤੁਹਾਡੀ ਮਾਪਦੰਡ ਤੇ ਫਸਲ ਜਿਣਸ ਇਸ ਵਕਤ ਖਰੀ ਨਹੀਂ ਉਤਰ ਰਹੀ। ਇਸ ਕਰਕੇ ਜੇ ਤੁਸੀਂ ਸਾਨੂੰ ਵੇਚਣੀ ਚਾਹੁੰਦੇ ਹੋ, ਤੁਹਾਡੇ ਨਾਲ 1000 ਰੁਪਈਆ ਕੁਇੰਟਲ ਕੀਤਾ ਸੀ, 700 ਨੂੰ ਲੈਣੀ ਹੈ, 500 ਨੂੰ ਲੈਣੀ ਹੈ, ਨਹੀਂ ਤੇ ਨਹੀਂ ਲੈਂਦੀ। ਹੁਣ ਇਹ ਐਕਟ ਇਸ ਗੱਲ ਦੀ ਗਰੰਟੀ ਨਹੀਂ ਕਰਦਾ ਕਿ ਕਿਸੇ ਵੀ ਕਿਸਾਨ ਦਾ ਸਮਾਨ ਕੋਈ ਕੰਪਨੀ ਖਰੀਦੇਗੀ। ਫਿਰ ਸਵਾਲ ਇਹ ਉੱਠਦਾ, ਜੇ ਕਿਸਾਨ ਸਖਤ ਮਿਹਨਤ ਨਾਲ ਆਪਣੀ ਕੋਈ ਫਸਲ ਉਗਾ ਲਈ, ਮੰਨ ਲਓ ਕਿਸੇ ਨੇ ਕੇਲੇ ਲਾ ਲਏ, ਉਹਨੇ 1000 ਕਿੱਲਾ ਆਪਣੇ ਖੇਤ ਦੇ ਵਿੱਚ ਉਗਾ ਲਿਆ, ਕੰਪਨੀ ਕਹੇ ਵੀ ਮੈਨੂੰ ਤਾਂ ਵੀ ਇਹਦੇ ਵਿੱਚੋਂ 25 ਜਾਂ 50 ਜਾਂ 100 ਜਾਂ 200 ਕਿੱਲੇ ਚੰਗੇ ਲੱਗਦੇ, ਬਾਕੀ ਮਾੜੇ ਆ। ਹੁਣ ਉਹ ਕਿਸਾਨ ਕੀ ਕਰੂ? ਉਹ 500 ਕਿੱਲੇ ਵੇਚੂ, 500 ਕਿੱਥੇ ਸੁੱਟੂ? ਕਿਉਂਕਿ ਇੱਥੇ ਗਰੰਟੀ ਕਿਸੇ ਕਿਸਾਨ ਨੂੰ ਨਹੀਂ ਦਿੱਤੀ ਗਈ ਇਸ ਐਕਟ ਦੇ ਅਧੀਨ। ਹੁਣ ਜਿਹੜੇ ਇਹ ਤਿੰਨੇ ਹੀ ਨੇ, ਇਹ ਮੈਨੂੰ ਇਹ ਲੱਗ ਰਿਹਾ ਕਿ ਵਪਾਰੀਆਂ ਨੂੰ, ਵੱਡੇ ਘਰਾਣਿਆਂ ਨੂੰ, ਵੱਡੀਆਂ ਕਾਰਪੋਰੇਸ਼ਨਾਂ ਨੂੰ, ਕਾਰਪੋਰੇਟ ਜਗਤ ਨੂੰ ਖੁਸ਼ ਕਰਨ ਦੀ ਗੱਲ ਕੀਤੀ ਹੈ, ਜਾਂ ਤਾਂ ਫਿਰ ਇਹ ਹੁੰਦੀ ਕਿ ਭਾਈ ਜੇ ਆਹ ਕੰਪਨੀ ਤੁਹਾਡੇ ਨਾਲ ਇਕਰਾਰਨਾਮਾ ਕਰ ਗਈ ਤਾਂ ਆਹ ਤੁਹਾਡੇ ਕੋਲੇ ਅਦਾਲਤਾਂ ਪਈਆਂ ਨੇ, ਤੁਹਾਡੇ ਨਾਲ ਕੀਤੇ ਇਕਰਾਰਨਾਮੇ ਤੋਂ ਜੇਕਰ ਕੋਈ ਕੰਪਨੀ ਮੁਕਰਦੀ ਹੈ ਤਾਂ ਤੁਸੀਂ ਅਦਾਲਤ ਦਾ ਦਰਵਾਜ਼ਾ ਖੜਕਾ ਸਕੋਗੇ। ਵਪਾਰੀ ਨਹੀਂ, ਕਿਸਾਨ ਸਟੋਰੇਜ ਕਰ ਸਕੇਗਾ। ਕਿਸਾਨਾਂ ਨੂੰ ਅਸੀਂ ਗੋਦਾਮ ਬਣਾ ਕੇ ਦਿਆਂਗੇ, ਕਿਸਾਨਾਂ ਨੂੰ ਅਸੀਂ ਕਹਾਂਗੇ ਕਿ ਫਸਲ ਇਹਦੇ ਤੋਂ ਘੱਟ ਜੇਕਰ ਕੋਈ ਖਰੀਦਦਾ ਤਾਂ ਅਦਾਲਤ ਦੇ ਵਿੱਚ ਠਾਹ ਜਾਣੇ ਜਾਇਓ। ਹੁਣ ਸਟੋਰੇਜ ਕੰਪਨੀਆਂ ਕਰ ਸਕਦੀਆਂ ਨੇ, ਮਰਜ਼ੀ ਦਾ ਮੁੱਲ ਕੰਪਨੀਆਂ ਲਾ ਸਕਦੀਆਂ ਨੇ, ਇਹ ਕਹਿ ਕੇ ਤੁਹਾਡੀ ਜਿਣਸ ਨੂੰ ਰੱਦ ਕਰ ਸਕਦੇ ਨੇ ਕਿ ਗੁਣਵੱਤਾ ਨਹੀਂ। ਕਾਨੂੰਨੀ ਅਧਿਕਾਰ ਕਿਸਾਨ ਕੋਲ ਕੋਈ ਨਹੀਂ। ਕੰਟਰੈਕਟ ਫਾਰਮਿੰਗ ਨੇ ਕੰਪਨੀਆਂ ਨੂੰ ਕਾਸ਼ਤਕਾਰੀ ਕਰ ਦੇਣਾ, ਸਿਰਫ ਤੇ ਸਿਰਫ ਆਮ ਲੋਕ ਮਜ਼ਾਰੇ ਬਣ ਕੇ ਰਹਿ ਜਾਣਗੇ। ਸੋ ਹੁਣ ਜੇ ਅਧਿਕਾਰ ਕਿਸੇ ਕਿਸਾਨ ਕੋਲ ਕਾਨੂੰਨ ਦਾ ਨਹੀਂ ਤਾਂ ਕਿਸਾਨ ਆਪਣੇ ਖੇਤ ਦੇ ਵਿੱਚ ਮਜ਼ਦੂਰ ਬਣਿਆ ਦੇਖੋਗੇ। ਜੇ ਇਹ ਆਰਡੀਨੈਂਸ ਜਾਂ ਇਹ ਬਿੱਲਾਂ ਦੀ ਗੱਲ ਕਰੀਏ ਤਾਂ ਇਹ ਕਿਸਾਨਾਂ ਵਾਸਤੇ ਨਹੀਂ। ਸੋ ਸਾਡੀ ਪ੍ਰਧਾਨ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ, ਸਾਡੀ ਉਹਨਾਂ ਦੀ ਕੈਬਨਿਟ ਨੂੰ ਵੀ ਬੇਨਤੀ ਹੈ, ਚੁਣੇ ਹੋਏ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਭਰਾਵੋ ਪ੍ਰਚਾਰ ਕਰੋ ਪਰ ਸੱਚ ਦੱਸੋ। ਕਿਸਾਨਾਂ ਨੂੰ ਬੇਵਕੂਫ ਨਾ ਸਮਝੋ, ਕਿਸਾਨਾਂ ਨੂੰ ਨਾ ਸਮਝੋ। ਕਿਸਾਨਾਂ ਨੂੰ ਇਹ ਦੱਸ ਦਿਓ ਕਿਸਾਨੀ ਨੂੰ ਕਿ ਅਸੀਂ ਮਾਰਨਾ ਚਾਹੁੰਦੇ ਹਾਂ, ਅਸੀਂ ਤੁਹਾਡੀ MSP ਤੁਹਾਡੇ ਕੋਲੋਂ ਖੋਹ ਰਹੇ ਹਾਂ, ਕੋਈ ਗਰੰਟੀ ਨਹੀਂ। ਤੁਹਾਡੀ ਫਸਲ ਵਿਕੂ, ਕੋਈ ਗਰੰਟੀ ਨਹੀਂ। ਸੋ ਕਿਸਾਨ ਭਰਾਵੋ ਤੁਹਾਨੂੰ ਵੀ ਬੇਨਤੀ ਹੈ ਕਿ ਕੋਈ ਸਮਾਂ ਹੁੰਦਾ, ਉਹ ਪਰਖ ਦਾ ਸਮਾਂ ਹੁੰਦਾ, ਕਿਸੇ ਨੂੰ ਵੇਖਣ ਦਾ ਸਮਾਂ ਹੁੰਦਾ ਕਿ ਕੌਣ ਤੁਹਾਡੇ ਹੱਕ ਵਿੱਚ, ਕੌਣ ਤੁਹਾਡੇ ਵਿਰੋਧ ਵਿੱਚ। ਮੈਂ ਕਿਸੇ ਪਾਰਟੀ ਜਾਂ ਕਿਸੇ ਸਰਕਾਰ ਦਾ ਵਿਰੋਧ ਨਹੀਂ ਕਰਦਾ, ਪਰ ਇੱਕ ਕਿਸਾਨ ਦਾ ਪੁੱਤ ਹਾਂ। ਫਸਲ ਕਿਵੇਂ ਬੀਜੀ ਜਾਂਦੀ ਹੈ, ਕਿਵੇਂ ਉਸ ਦੀ ਪਾਲਣ ਪੋਸ਼ਣ ਕੀਤਾ ਜਾਂਦਾ ਹੈ, ਕਿਵੇਂ ਮੌਸਮ ਵਾਲੇ ਵੱਲ, ਉਹ ਨੀਲੀ ਛੱਤ ਵਾਲੇ ਵੱਲ ਵੇਖਿਆ ਜਾਂਦਾ ਹੈ ਕਿ ਭਾਈ ਕਿਤੇ ਹਨੇਰੀ ਝੱਖੜ ਚੜ੍ਹ ਕੇ ਨਾ ਆ ਜਾਏ, ਮੀਂਹ ਨਾ ਆ ਜਾਏ। ਪੁੱਤਾਂ ਵਾਂਗ ਫਾਲੀ ਫਸਲ ਕਈ ਵਾਰੀ ਖੇਤਾਂ ਦੇ ਵਿੱਚ ਢੇਰ ਹੋ ਜਾਂਦੀ ਹੈ ਮੌਸਮ ਦੀ ਕਰੋਪੀ ਦੇ ਕਾਰਨ। ਸੋ ਹੁਣ ਕਿਸਾਨਾਂ ਨੂੰ ਇਹ ਸਮਝਣਾ ਪਏਗਾ ਕਿ ਸਾਨੂੰ ਇੱਕ ਮੁੱਠ ਹੋਣ ਦੀ ਜ਼ਰੂਰਤ ਹੈ। ਜੇਕਰ ਆ ਸਾਡੇ ਹਾਲੇ ਵੀ ਨਾ ਸਮਝ ਸਕੇ ਕਿ ਸਾਡੇ ਹੱਕਾਂ ਤੇ ਡਾਕਾ ਸਰਕਾਰ ਨੇ ਮਾਰ ਦਿੱਤਾ ਤੇ ਫਿਰ ਤੁਹਾਡਾ ਬਾਲੀ ਵਾਰਸ ਕੋਈ ਨਹੀਂ ਬਣਨਾ। ਸੋ ਦੋਸਤੋ, ਇਹ ਜਿਹੜੇ 3 ਆਰਡੀਨੈਂਸ ਸੀ, ਮੈਂ ਕੋਸ਼ਿਸ਼ ਕੀਤੀ ਸੀ ਕਿ ਉਹਨਾਂ ਦੀ ਡਿਟੇਲ ਸੰਖੇਪ ਦੇ ਵਿੱਚ, ਕਿਉਂਕਿ ਹਾਲੇ ਵੀ ਭਾਵੇਂ ਇਹਦੇ ਉੱਤੇ ਬਹੁਤ ਵੱਡੀ ਵੀਡੀਓ ਬਣਾਈ ਜਾ ਸਕਦੀ ਹੈ, ਪਰ ਜੇਕਰ ਤੁਹਾਨੂੰ ਸੱਚਮੁੱਚ ਇਹਨਾਂ ਆਰਡੀਨੈਂਸ ਦੇ ਬਾਬਤ ਜਾਣਕਾਰੀ ਮਿਲ ਗਈ ਹੈ ਕਿ ਦਰਅਸਲ ਇਹਨਾਂ ਵਿੱਚ ਹੈ ਕਿ ਸੱਚਮੁੱਚ ਕਿਸਾਨ ਵਿਰੋਧੀ ਨੇ ਜਾਂ ਕਿਸਾਨ ਪੱਖੀ ਨੇ, ਜੇ ਤੁਹਾਨੂੰ ਸੱਚਮੁੱਚ ਇਹ ਚੰਗਾ ਲੱਗਿਆ ਤਾਂ ਇਸ ਵੀਡੀਓ ਨੂੰ ਅੱਗੇ ਭੇਜਣ ਦੀ ਕੋਸ਼ਿਸ਼ ਵੀ ਕਰਿਓ, ਲਾਈਕ ਕਰਨ ਦੀ ਕੋਸ਼ਿਸ਼ ਵੀ ਕਰਿਓ, ਤੇ ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਤੁਸੀਂ ਦੱਸਿਆ ਸੀ ਕਿ ਆਰਡੀਨੈਂਸ ਦੇ ਬਾਬਤ ਖੋਲ੍ਹ ਕੇ ਜਾਣਕਾਰੀ ਦਿਓ। ਕੋਈ ਹੋਰ ਵੀ ਤੁਹਾਨੂੰ ਲੱਗਦਾ ਹੁੰਦਾ ਕਿ ਇਸ ਵਿਸ਼ੇ ਤੇ ਗੱਲਬਾਤ ਕਰਨੀ ਬਣਦੀ ਹੈ,
ਉਹਦੇ ਬਾਬਤ ਵੀ ਸਾਡੇ ਤੱਕ ਜ਼ਰੂਰ ਆਪਣੇ ਕਮੈਂਟਸ ਦੇ ਰੂਪ ਵਿੱਚ ਰਾਏ ਪੁੱਜਦੀ ਕਰਿਆ ਕਰੋ। ਬੀਤੇ ਕਈ ਦਿਨਾਂ ਤੋਂ ਤੁਸੀਂ ਆਖ ਰਹੇ ਸੀ ਕਿ ਕੈਨੇਡੀਅਨ ਇਮੀਗ੍ਰੇਸ਼ਨ ਦੇ ਮੁਤਲਕ ਜਾਣਕਾਰੀ ਦਿੱਤੀ ਜਾਵੇ। ਆਉਣ ਵਾਲੇ 1 ਜਾਂ 2 ਦਿਨਾਂ ਦੇ ਵਿੱਚ ਤੁਹਾਨੂੰ ਇਸ ਦੇ ਬਾਬਤ ਵੀ ਇੱਕ ਖਾਸ ਸੈਗਮੈਂਟ ਪੇਸ਼ ਕਰਾਂਗਾ। ਸੋ ਇਸ ਦੇ ਨਾਲ ਹੀ ਦਵਿੰਦਰ ਸਿੰਘ ਬੈਨੀਪਾਲ ਤੁਹਾਡੇ ਕੋਲੋਂ ਆਗਿਆ ਚਾਹੁੰਦਾ ਹੈ, ਪਰ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਲੀ ਦਾ ਨਾਮ ਹੈ। ਸਤਿ ਸ਼੍ਰੀ ਅਕਾਲ, ਤੇਰਾ ਰੱਬ ਰਾਖਾ।